ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ। ਪਹਿਲੇ ਕਾਂਡ ਦਾ ਪਹਿਲਾ ਭਾਗ ਦਾਨ ਪ੍ਰਥਾ ਅਤੇ ਇਸ ਦੇ ਦੁਖਦਾਈ ਸਿੱਟੇ। ਭਾਗ ਦੂਜਾ ਵੱਧ ਤੋਂ ਵੱਧ ਧਨ ਦੌਲਤ ਦਾਨ ਕਰਨਾ ਧਾਰਮਿਕ ਮਰਿਆਦਾ। ਅਤੇ ਨੰਬਰ 3 ਘੋਰ ਜ਼ੁਲਮਾਂ ਦੀ ਜਨਮਦਾਤੀ ਦਾਨ ਪ੍ਰਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਨ ਪ੍ਰਥਾ ਅਤੇ ਇਸ ਦੇ ਦੁਖਦਾਈ ਸਿੱਟੇ। ਪਹਿਲੇ ਭਾਗ ਵਿੱਚ ਅਸਾਂ ਵਿਸਥਾਰ ਨਾਲ ਪੜ੍ਹ ਲਿਆ ਹੈ ਕਿ ਸਮਾਜਿਕ ਅਤੇ ਧਾਰਮਿਕ ਜੀਵਨ ਦੀ ਵਾਗਡੋਰ ਸਾਂਭਦਿਆਂ ਹੀ ਬ੍ਰਾਹਮਣ ਨੇ ਜਨਤਾ ਨੂੰ ਦੇਵੀ ਦੇਵਤਿਆਂ ਆਦਿ ਦੀਆਂ ਦੈਵੀ ਸ਼ਕਤੀਆਂ ਦਾ ਭਰਮ ਪਾ ਦਿੱਤਾ ਸੀ ਅਤੇ ਆਪਣੀ ਯੋਜਨਾ ਅਨੁਸਾਰ ਦਿੱਤੀਆਂ ਸ਼ਕਲਾਂ ਵਾਲੇ ਦੇਵਤਿਆਂ ਆਦਿ ਦੀਆਂ ਮੂਰਤੀਆਂ ਬਣਾ ਕੇ ਮੰਦਰਾਂ ਵਿੱਚ ਸਥਾਪਨ ਕਰਕੇ ਉਹਨਾਂ ਦੀ ਪੂਜਾ ਕਰਨ ਦੀਆਂ ਕਈ ਵਿਧੀਆਂ ਚਾਲੂ ਕਰ ਲਈਆਂ ਸਨ। ਦੁੱਖ ਤੋਂ ਛੁਟਕਾਰਾ ਪਾਉਣ ਲਈ ਕਈ ਪ੍ਰਕਾਰ ਦੇ ਧਨ ਪਦਾਰਥਾਂ ਦਾ ਦਾਨ ਕਰਨ ਨੂੰ ਪਾਪ ਨਾਸ਼ਕ ਪੁੰਨ ਕਰਮ ਬਣਾ ਦਿੱਤਾ। ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਬ੍ਰਾਹਮਣ ਦੇ ਬਣਾਏ ਵਿਧੀ ਵਿਧਾਨ ਨਾਲ ਉਹਨਾਂ ਦੀ ਪੂਜਾ ਕਰਨ ਲਈ ਉਹਨਾਂ ਅੱਗੇ ਵਿੱਤ ਅਨੁਸਾਰ ਵੱਧ ਤੋਂ ਵੱਧ ਕੀਮਤੀ ਪਦਾਰਥ ਅਰਪਣ ਕਰਨ ਦੀ ਦੌੜ ਵੀ ਲੱਗ ਚੁੱਕੀ ਸੀ। ਜ਼ਮੀਨ ਜਾਇਦਾਦ ਧਨ ਦੌਲਤ ਦੇ ਨਾਲ ਲੋਕਾਂ ਨੇ ਆਪਣੀਆਂ ਇਸਤਰੀਆਂ ਅਤੇ ਲੜਕੀਆਂ ਵੀ ਠਾਕਰਾਂ ਦੀ ਭੇਟਾ ਕਰਨੀਆਂ ਅਥਵਾ ਠਾਕਰਾਂ ਨਾਲ ਵਿਆਹੁਣੀਆਂ ਆਪਣੇ ਕਲਿਆਣ ਦਾ ਸਾਧਨ ਮੰਨ ਲਿਆ ਸੀ। ਬ੍ਰਾਹਮਣੀ ਪ੍ਰਚਾਰ ਦੇ ਅਨੋਖੇ ਢੰਗ ਦਾ ਅਜਿਹਾ ਅਸਰ ਹੋਇਆ ਕਿ ਭਾਰਤੀ ਜਨਤਾ ਦੇ ਮਨਾਂ ਵਿੱਚ ਨਰਕਾਂ ਤੋਂ ਬਚ ਕੇ ਸੁਰਗਾਂ ਵਿੱਚ ਪੁੱਜ ਸਕਣ ਦੀ ਲਾਲਸਾ ਜ਼ੋਰ ਫੜ ਗਈ। ਫਿਰ ਦਾਨ ਪ੍ਰਥਾ ਨੂੰ ਵੱਡਾ ਪੁੰਨ ਕਰਮ ਸਮਝ ਲੈਣ ਦੇ ਦੁਖਦਾਈ ਭਰਮ ਦੇ ਅਸਰ ਹੇਠ ਵਿਦਿਆਹੀਣ ਭੋਲੇ ਲੋਕ ਦਾਨ ਦੇ ਵੱਟੇ ਦੇਵਤਿਆਂ ਨੂੰ ਖੁਸ਼ ਕਰਨ ਦੇ ਨਰਮੂਲ ਭਰਮ ਵਿੱਚ ਫਸ ਗਏ। ਆਪਣੇ ਲੋਕ ਅਤੇ ਪਰਲੋਕ ਨੂੰ ਸੁਖੀ ਬਣਾ ਲੈਣ ਦੀ ਲਾਲਸਾ ਵਿੱਚ ਦੇਵੀ ਦੇਵਤਿਆਂ ਦੀ ਪ੍ਰਸੰਨਤਾ ਲੈਣੀ ਜ਼ਰੂਰੀ ਬਣ ਚੁੱਕੀ ਸੀ। ਫਿਰ ਦੁੱਖਾਂ ਦੇ ਭੈ ਅਤੇ ਸੁੱਖਾਂ ਦੀ ਲਾਲਸਾ ਦੇ ਭਰਮ ਵਿੱਚ ਫਸ ਕੇ ਲੋਕਾਂ ਨੇ ਇਹਨਾਂ ਖਿਆਲੀ ਦੇਵੀ ਦੇਵਤਿਆਂ ਦੀ ਰਿਹਾਇਸ਼ ਵਾਸਤੇ ਸੁੰਦਰ ਘਰ ਮੰਦਰ ਬਣਾਉਣੇ ਆਰੰਭ ਕਰ ਦਿੱਤੇ। ਵਿਦਵਾਨ ਤਜਰਬੇਕਾਰ ਅਤੇ ਹੁਸ਼ਿਆਰ ਬ੍ਰਾਹਮਣ ਜਾਣਦਾ ਸੀ ਕਿ ਦੇਵਤੇ ਦਾ ਘਰ ਜਿੰਨਾ ਵੱਧ ਆਕਰਸ਼ਕ ਪ੍ਰਭਾਵਸ਼ਾਲੀ ਅਤੇ ਮਨਮੋਹਣਾ ਬਣਾਇਆ ਜਾਵੇਗਾ ਓਨੇ ਹੀ ਵੱਧ ਸ਼ਰਧਾਲੂਆਂ ਦੀ ਭੀੜ ਸੰਘਣੀ ਤੋਂ ਸੰਘਣੀ ਹੁੰਦੀ ਤੁਰੀ ਜਾਵੇਗੀ ਅਤੇ ਫਿਰ ਓਨੇ ਹੀ ਵੱਧ ਦਾਨ ਰੂਪੀ ਧਨ ਦੇ ਢੇਰ ਉੱਚੇ ਤੋਂ ਉੱਚੇ ਹੁੰਦੇ ਜਾਣਗੇ। ਅਜਿਹੇ ਤਸ਼ਨਾਲੂ ਅਤੇ ਠੱਗ ਧਰਮ ਗੁਰੂਆਂ ਦੇ ਕਹੇ ਲੱਗ ਕੇ ਅਗਿਆਨੀ ਸ਼ਰਧਾਵਾਨ ਨੇ ਬੇਅੰਤ ਨਾਵਾਂ ਅਤੇ ਅਣਗਿਣਤ ਸ਼ਕਲਾਂ ਵਾਲੇ ਬ੍ਰਾਹਮਣੀ ਰੱਬ ਦੇ ਘਰ ਬਣਾਉਣ ਲਈ ਲੱਖਾਂ ਕਰੋੜਾਂ ਤੋਂ ਵੀ ਵੱਧ ਦਾ ਸੋਨਾ ਹੀਰੇ ਜਵਾਹਰਾਤ ਮੋਤੀ ਆਦਿ ਬੇਅੰਤ ਤਰ੍ਹਾਂ ਦਾ ਧਨ ਕੰਧਾਂ ਕੋਠਿਆਂ ਵਿੱਚ ਖਪਾ ਦਿੱਤਾ ਅਥਵਾ ਮੂਰਤੀਆਂ ਦੇ ਢਿੱਡਾਂ ਵਿੱਚ ਪਾ ਦਿੱਤਾ। ਭੋਲੇ ਲੋਕ ਇਹ ਸਮਝ ਹੀ ਨਾ ਸਕੇ ਕਿ ਜਿਸ ਦੇਵਤੇ ਜਾਂ ਭਗਵਾਨ ਦਾ ਘਰ ਵੀ ਅਸੀਂ ਆਪ ਬਣਾ ਰਹੇ ਹਾਂ, ਜਿਸ ਭਗਵਾਨ ਵਿੱਚ ਆਪਣਾ ਹੀ ਘਰ ਬਣਾ ਲੈਣ ਦੀ ਸਮਰੱਥਾ ਨਹੀਂ, ਉਸ ਨੇ ਸਾਡਾ ਕੀ ਸਵਾਰਨਾ ਹੈ। ਭਾਗ ਦੂਜਾ ਵੱਧ ਤੋਂ ਵੱਧ ਧਨ ਦੌਲਤ ਦਾਨ ਕਰਨਾ ਧਾਰਮਿਕ ਮਰਿਆਦਾ। ਦਾਨ ਪ੍ਰਥਾ ਦੀ ਪਰਪਾਟੀ ਚਲਾਉਣ ਵਾਲੀ ਹਰ ਯੋਜਨਾ ਦੇ ਪਿੱਛੇ ਸਵਾਰਥੀ ਭਾਵਨਾ ਕੰਮ ਕਰ ਰਹੀ ਹੁੰਦੀ ਹੈ। ਬ੍ਰਾਹਮਣ ਨੇ ਆਪਣੀ ਮਰਜ਼ੀ ਨਾਲ ਬਣਾਈ ਧਰਮ ਦੀ ਰੂਪ ਰੇਖਾ ਵਾਲਾ ਗਿਆਨ ਆਪਣੇ ਧਰਮ ਗ੍ਰੰਥਾਂ ਵਿੱਚ ਅਜਿਹੇ ਢੰਗ ਨਾਲ ਲਿਖਿਆ ਅਤੇ ਫਿਰ ਉਸ ਨੂੰ ਅਜਿਹੇ ਯੋਜਨਾਬੱਧ ਢੰਗ ਨਾਲ ਪ੍ਰਚਾਰਿਆ ਕਿ ਲੋਕਾਂ ਨੇ ਬ੍ਰਾਹਮਣ ਦੇ ਬ੍ਰਹਮ ਗਿਆਨ ਦਾ ਡੂੰਘਾ ਅਸਰ ਕਬੂਲ ਕਰ ਲਿਆ। ਹੁਸ਼ਿਆਰ ਬ੍ਰਾਹਮਣ ਨੇ ਆਪਣੀ ਮਨਸ਼ਾ ਦੀ ਧਾਰਮਿਕ ਰੁਚੀ ਲੋਕਾਂ ਦੇ ਮਨਾਂ ਵਿੱਚ ਪੂਰੀ ਤਰ੍ਹਾਂ ਸਫਲਤਾ ਨਾਲ ਉਜਾਗਰ ਕਰ ਲਈ। ਉਸ ਧਾਰਮਿਕ ਰੁਚੀ ਨੂੰ ਵਰਤ ਕੇ ਕਈ ਗੁਣਾ ਵੱਧ ਫਲ ਮਿਲ ਸਕਣ ਦਾ ਲਾਲਚ ਅਤੇ ਦੇਵਤਿਆਂ ਦੀ ਕਰੋਪੀ ਨਾਲ ਵਾਪਰਦੀਆਂ ਭਿਆਨਕ ਤਬਾਹੀਆਂ ਦੇ ਭੈ ਗ੍ਰਸੇ ਭਰਮ ਵਿੱਚ ਜਨਤਾ ਨੂੰ ਫਸਾ ਕੇ ਪੁੰਨ ਦਾਨ ਕਰਨ ਦੀ ਪ੍ਰੇਰਨਾ ਕਰਦਾ ਰਿਹਾ। ਇਸੇ ਯੋਜਨਾ ਦੀ ਹੀ ਪੂਰਤੀ ਵਿੱਚ ਅਜਿਹੀਆਂ ਕਈ ਕਹਾਣੀਆਂ ਘੜ ਕੇ ਧਰਮ ਗ੍ਰੰਥਾਂ ਵਿੱਚ ਲਿਖੀਆਂ ਜਿਨ੍ਹਾਂ ਦਾ ਹੀ ਅਸਰ ਹੈ ਕਿਸੇ ਵਿਰਲੇ ਗੁਰਮੁਖ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਦਾਨੀ ਸ਼ਰਧਾਲੂਆਂ ਅੰਦਰ
ਦਾਨ ਦੇ ਵਟਾਂਦਰੇ ਕਈ ਗੁਣਾ ਵੱਧ ਕੀਮਤੀ ਪਦਾਰਥ ਮੁੜ ਆਉਣ ਦੀ ਲਾਲਸਾ ਗ੍ਰਸੀ ਆਸ ਬੱਝੀ ਹੋਈ ਹੁੰਦੀ ਹੈ, ਜਾਂ ਫਿਰ ਕੀਤੇ ਕੁਕਰਮਾਂ ਤੋਂ ਮਿਲਣ ਵਾਲੀ ਸਜ਼ਾ ਦੇ ਭੈ ਤੋਂ ਛੁਟਕਾਰੇ ਦੀ ਭਾਵਨਾ ਕੰਮ ਕਰ ਰਹੀ ਹੁੰਦੀ ਹੈ। ਜਦ ਵੀ ਕੋਈ ਮਨੁੱਖ ਆਪਣੇ ਕਿਸੇ ਇਸ਼ਟ ਦੇ ਦਰ 'ਤੇ ਭੋਜਨ ਪਦਾਰਥ, ਭੂਮੀ ਅਥਵਾ ਇਸਤਰੀ ਧਨ ਆਦਿ ਦਾਨ ਕਰਦਾ ਹੈ ਤਾਂ ਕੀਤੇ ਹੋਏ ਦਾਨ ਦੇ ਵੱਟੇ ਆਪਣੀ ਜਾਂ ਆਪਣੇ ਕਿਸੇ ਸਨੇਹੀ ਦੀ ਸੁੱਖ, ਮਾਇਕ ਕਾਰਜਾਂ ਦੀ ਸਿੱਧੀ ਭਾਵ ਡਾਕਾ, ਠੱਗੀ, ਚੋਰੀ ਆਦਿ ਨੀਚ ਕਰਮਾਂ ਤੋਂ ਤਕੜਾ ਲਾਭ ਹੋਣ ਦੀ ਸਫਲਤਾ ਦੀ ਮੰਗ, ਪਾਪ ਨਾਸ਼ ਕਰਕੇ ਬੇੜਾ ਬੰਨੇ ਲਾ ਦੇਣ ਦੀ ਮੰਗ, ਜਾਂ ਫਿਰ ਸਦਾ ਲਈ ਆਪਣੀ ਮਿਹਰ ਦੀ ਨਜ਼ਰ ਰੱਖਣ ਦੀ ਮੰਗ ਜ਼ਰੂਰ ਜੁੜੀ ਹੋਈ ਹੁੰਦੀ ਹੈ। ਆਓ ਪਹਿਲਾਂ ਧਰਮ ਗ੍ਰੰਥਾਂ ਵਿਚਲੀਆਂ ਉਹਨਾਂ ਕਹਾਣੀਆਂ ਦਾ ਵੰਨਗੀ ਮਾਤਰ ਸੰਖੇਪ ਪੜ੍ਹ ਲਈਏ ਜਿਨ੍ਹਾਂ ਨਾਲ ਮਨੁੱਖ ਨੂੰ ਦਾਨ ਕਰਨ ਦੀ ਗੇਝ ਪਾਈ ਸੀ ਅਤੇ ਜਿਨ੍ਹਾਂ ਦੁਆਰਾ ਅੱਜ ਵੀ ਮਨੁੱਖ ਦਾ ਲਹੂ ਨਿਚੋੜਿਆ ਜਾ ਰਿਹਾ ਹੈ। ਊੜਾ ਰਾਮਾਇਣ ਗਾਥਾ ਦੇ ਗ੍ਰੰਥ ਵਿੱਚ ਲਿਖਿਆ ਹੈ ਕਿ ਮਹਾਰਾਜਾ ਦਸ਼ਰਥ ਦਾ ਪਿਤਾ ਸ੍ਰੀ ਰਾਮ ਚੰਦਰ ਜੀ ਦੇ ਦਾਦਾ ਜੀ ਮਹਾਰਾਜਾ ਅੱਜ ਇੱਕ ਦਿਨ ਤਬੇਲੇ ਵਿੱਚ ਘੋੜਿਆਂ ਦੀ ਦੇਖਭਾਲ ਕਰ ਰਿਹਾ ਸੀ ਤਾਂ ਇੱਕ ਸਾਧ ਨੇ ਆ ਕੇ ਭਿੱਖਿਆ ਮੰਗੀ। ਰਾਜੇ ਨੇ ਕੁਵੇਲੇ ਕੀਤੀ ਮੰਗ ਤੋਂ ਗੁੱਸਾ ਖਾ ਕੇ ਲਿੱਦ ਦੀ ਮੁੱਠ ਸਾਧੂ ਦੀ ਝੋਲੀ ਵਿੱਚ ਪਾ ਕੇ ਆਖ ਦਿੱਤਾ, ਮੇਰੇ ਪਾਸ ਇਸ ਵੇਲੇ ਦਾਨ ਕਰਨ ਲਈ ਇਹੀ ਕੁਝ ਹੈ। ਇੱਕ ਦਿਨ ਉਹੀ ਰਾਜਾ ਸ਼ਿਕਾਰ ਖੇਡਦਾ ਹੋਇਆ ਗਿਆ ਤਾਂ ਉਸ ਸੰਤ ਦੀ ਕੁਟੀਆ ਦੇ ਅੱਗੇ ਲਿੱਦ ਦਾ ਢੇਰ ਲੱਗਾ ਵੇਖ ਕੇ ਹੈਰਾਨ ਹੋ ਗਿਆ ਅਤੇ ਸੰਤ ਕੋਲੋਂ ਪੁੱਛਿਆ ਕਿ ਤੇਰੇ ਕੋਲ ਘੋੜਾ ਤਾਂ ਇੱਕ ਵੀ ਨਹੀਂ, ਫਿਰ ਇਹ ਲਿੱਦ ਦਾ ਏਡਾ ਢੇਰ ਕਿੱਥੋਂ ਆ ਗਿਆ? ਸਾਧੂ ਨੇ ਉੱਤਰ ਦਿੱਤਾ, ਹੇ ਰਾਜਨ, ਤੇਰਾ ਹੀ ਦਿੱਤਾ ਫਲੀ ਭੂਤ ਹੋਇਆ ਹੈ। ਇਹ ਦਾਨ ਅੱਗੇ ਜਾ ਕੇ ਤੈਨੂੰ ਖਾਣਾ ਪੈਣਾ ਹੈ। ਰਾਜੇ ਨੇ ਘਾਬਰ ਕੇ ਖਿਮਾ ਮੰਗੀ ਅਤੇ ਲਿੱਦ ਖਾਣੋਂ ਬਚਣ ਦਾ ਉਪਾਅ ਪੁੱਛਿਆ। ਸੰਤ ਨੇ ਦੱਸਿਆ ਕਿ ਰਾਜਾ ਆਪਣੀ ਨਿੰਦਿਆ ਕਰਾਏ ਤਾਂ ਉਹ ਫਲੀ ਭੂਤ ਹੋਇਆ ਦਾਨ ਨਿੰਦਕ ਭੋਗ ਲੈਣਗੇ, ਪਰ ਦਾਨ ਕੀਤੀ ਲਿੱਦ ਦੀ ਮੁੱਠ ਉਸ ਨੂੰ ਖਾਣੀ ਹੀ ਪੈਣੀ ਹੈ। ਭਾਵ ਰਾਜੇ ਨੂੰ ਨਿੰਦਨੀय ਕਰਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਅਥਵਾ ਉਸ ਨੂੰ ਲੋਕ ਭਲਾਈ ਦੇ ਕੰਮਾਂ ਤੋਂ ਬ੍ਰਾਹਮਣ ਸਾਧ ਨੇ ਰੋਕ ਦਿੱਤਾ। ਐੜਾ ਬ੍ਰਾਹਮਣ ਦੇ ਲਿਖੇ ਹੋਏ ਵੇਦਾਂ ਤੋਂ ਲੈ ਕੇ ਸਾਰੇ ਸ਼ਾਸਤਰਾਂ, ਸਿਮਰਤੀਆਂ, ਪੁਰਾਣਾਂ ਆਦਿ ਵਿੱਚ ਥਾਂ-ਥਾਂ ਬ੍ਰਾਹਮਣ ਨੂੰ ਦਾਨ ਦੇਣ ਦੇ ਮਹਾਨ ਫਲਾਂ ਦਾ ਜ਼ਿਕਰ ਹੈ। ਗਰੁੜ ਪੁਰਾਣ ਅਜਿਹਾ ਗ੍ਰੰਥ ਹੈ ਜਿਸ ਦਾ ਪਾਠ ਮਿਰਤਕ ਦੀ ਕਲਿਆਣ ਕਰ ਦੇਣ ਵਿੱਚ ਸਹਾਈ ਹੁੰਦਾ ਮੰਨਿਆ ਗਿਆ ਹੈ। ਇਸ ਗ੍ਰੰਥ ਦਾ ਕੋਈ ਸਫ਼ਾ ਹੀ ਖਾਲੀ ਹੋਣਾ ਹੈ ਜਿੱਥੇ ਬ੍ਰਾਹਮਣਾਂ ਨੂੰ ਦਾਨ ਦੇਣ ਦੇ ਕਲਿਆਣਕਾਰੀ ਫਲ ਮਿਲਦੇ ਨਾ ਲਿਖੇ ਹੋਏ ਹੋਣਗੇ। ਉਦਾਹਰਨ ਵਜੋਂ ਇਸ ਗ੍ਰੰਥ ਦੇ 8ਵੇਂ ਅਧਿਆਏ ਦੇ 60 ਸਫ਼ੇ 'ਤੇ ਲਿਖਿਆ ਹੈ ਕਿ ਭਗਵਾਨ ਵਿਸ਼ਨੂੰ ਜੀ ਆਪਣੇ ਵਾਹਨ ਗਰੁੜ ਨੂੰ ਕਹਿੰਦੇ ਹਨ ਕਿ ਜਿਹੜਾ ਮਨੁੱਖ ਧਾਨ ਨਾਲ ਭਰੀ ਹੋਈ ਖੇਤੀ ਬ੍ਰਾਹਮਣਾਂ ਨੂੰ ਦਾਨ ਦਿੰਦਾ ਹੈ ਉਹ ਦੇਵਤੇ ਤੇ ਦਾਨਵਾਂ ਤੋਂ ਪੂਜਿਤ ਹੋ ਕੇ ਇੰਦਰਲੋਕ ਭਾਵ ਸੁਰਗ ਲੋਕ ਵਿੱਚ ਜਾਂਦਾ ਹੈ। ਹੇ ਗਰੁੜ, ਹੋਰ ਦਾਨ ਥੋੜ੍ਹੇ ਫਲ ਦੇਣ ਵਾਲੇ ਹਨ, ਪਰ ਧਰਤੀ ਦਾਨ ਦਾ ਫਲ ਦਿਨੋਂ ਦਿਨ ਵੱਧਦਾ ਹੀ ਰਹਿੰਦਾ ਹੈ। ਜੋ ਰਾਜਾ ਹੋ ਕੇ ਬ੍ਰਾਹਮਣਾਂ ਨੂੰ ਪ੍ਰਿਥਵੀ ਦਾ ਦਾਨ ਨਹੀਂ ਕਰਦਾ ਉਸ ਨੂੰ ਦੂਸਰੇ ਜਨਮ ਵਿੱਚ ਰਹਿਣ ਲਈ ਕੁਟੀਆ ਵੀ ਨਹੀਂ ਮਿਲਦੀ। ਹੇ ਗਰੁੜ ਜੀ, ਗਊ ਦਾਨ 3 ਤਰ੍ਹਾਂ ਦੇ ਪਾਪਾਂ ਨੂੰ ਨਾਸ਼ ਕਰਦਾ ਹੈ। ਰਾਤ ਵਿੱਚ, ਸਵੇਰ ਵੇਲੇ, ਦੁਪਹਿਰ ਸਮੇਂ, ਲੌਡੇ ਪਹਿਰ ਤੇ ਸੰਧਿਆ ਵਿੱਚ ਜੋ ਜੋ ਪਾਪ ਕੀਤੇ ਹਨ ਗਊ ਦਾਨ ਉਹਨਾਂ ਸਭ ਪਾਪਾਂ ਦਾ ਨਾਸ਼ ਕਰਦਾ ਹੈ। ਸਰੀਰ, ਮਨ ਜਾਂ ਬੋਲਾਂ ਨਾਲ ਕੀਤੇ ਗਏ ਪਾਪ ਬ੍ਰਾਹਮਣ ਨੂੰ ਸਭ ਸਮੱਗਰੀ ਤੇ ਵੱਛੇ ਸਮੇਤ ਦੁੱਧ ਵਾਲੀ ਕਪਲਾ ਗਊ ਨੂੰ ਇੱਕ ਵਾਰ ਦਾਨ ਦੇਣ ਨਾਲ ਨਾਸ਼ ਹੋ ਜਾਂਦੇ ਹਨ। ਅੱਗੇ 62 ਸਫ਼ੇ 'ਤੇ ਇਉਂ ਲਿਖਿਆ ਹੈ, ਭਗਵਾਨ ਕਹਿੰਦੇ ਹਨ ਕਿ ਹੇ ਗਰੁੜ, ਅਸੀਂ ਜਿਹੜਾ ਤੈਨੂੰ ਵੈਤਰਣੀ ਨਦੀ ਦਾ ਬਿਰਤਾਂਤ ਸੁਣਾਇਆ ਸੀ ਉਸ ਤੋਂ ਪਾਰ ਉਤਾਰਨ ਵਾਲਾ ਗਊ ਦਾਨ ਤੈਨੂੰ ਦੱਸਦੇ ਹਾਂ। ਕਾਲੀ ਜਾਂ ਲਾਲ ਰੰਗ ਦੀ ਗਊ ਨੂੰ ਸੋਨੇ ਦੇ ਸਿੰਗਾਂ, ਚਾਂਦੀ ਦੇ ਖੁਰਾਂ ਤੇ ਗਹਿਣਿਆਂ ਨਾਲ ਖੂਬ ਸਜਾ ਕੇ ਤੇ ਕਹਿਣ ਦੀ ਡੋਹਣੀ ਭਾਂਡਾ ਹੋਵੇ, ਉਸ ਗਊ ਪਰ 2 ਕਾਲੇ ਕੱਪੜੇ ਪਾਓ ਤੇ ਗਲ ਵਿੱਚ ਘੰਟੀ ਬੰਨ੍ਹੋ। ਫਿਰ ਢੂੰ ਪਰ ਬਸਤਰਾਂ ਸਹਿਤ ਤਾਂਬੇ ਦਾ ਕਲਸ਼ ਸਥਾਪਿਤ ਕਰੋ। ਉਸ ਪਰ ਲੋਹੇ ਦੇ ਡੰਡੇ ਸਮੇਤ ਜਮਰਾਜ ਦੀ ਸੋਨੇ ਦੀ ਮੂਰਤੀ ਤੇ ਘਿਓ ਨਾਲ ਭਰਿਆ ਹੋਇਆ ਕਹਿਣ ਦਾ ਭਾਂਡਾ ਸਥਾਪਿਤ ਕਰੋ। ਬ੍ਰਾਹਮਣ ਨੂੰ ਗਹਿਣਿਆਂ ਸਮੇਤ ਕੱਪੜੇ ਦਿਓ।
ਹੱਥ ਨਾਲ ਗਊ ਦੀ ਪੂਛਲ ਫੜ ਕੇ ਬ੍ਰਾਹਮਣ ਨੂੰ ਸਾਹਮਣੇ ਖੜਾ ਕਰਕੇ ਫਿਰ ਇਹ ਮੰਤਰ ਪੜੋ। ਹੇ ਜਗਨਨਾਥ, ਸ਼ਰਨਾਗਤ ਵਸਤਲ ਭਗਵਾਨ, ਸੰਸਾਰ ਰੂਪੀ ਸਾਗਰ ਵਿੱਚ ਡੁੱਬੇ ਹੋਏ ਤੇ ਸ਼ੋਕ ਸੰਕਲਪ ਨਾਲ ਦੁਖੀ ਮਨੁੱਖਾਂ ਦੇ ਤੁਸੀਂ ਹੀ ਰੱਖਿਅਕ ਹੋ। ਹੇ ਵਿਸ਼ਨੂੰ ਰੂਪੀ ਬ੍ਰਾਹਮਣ ਦੇਵਤਾ ਜੀ, ਤੈਨੂੰ ਵੈਤਰਣੀ ਗਊ ਦਿੱਤੀ ਹੈ, ਤੈਨੂੰ ਨਮਸਕਾਰ ਹੈ। ਜਮਲੋਕ ਦੇ ਮਾਰਗ ਵਿੱਚ 100 ਯੋਜਨ ਚੌੜੀ ਮਹਾਂ ਭਿਆਨਕ ਵੈਤਰਣੀ ਨਦੀ ਤੋਂ ਪਾਰ ਉਤਾਰਨ ਵਾਸਤੇ ਤੈਨੂੰ ਇਹ ਗਊ ਦਾਨ ਦਿੰਦਾ ਹਾਂ। ਆਪ ਨੂੰ ਨਮਸਕਾਰ ਹੈ। ਇਸ ਤਰ੍ਹਾਂ ਅੱਡ ਅੱਡ ਕਿਸਮ ਦੇ ਦਾਨ ਦੇ ਵਟਾਂਦਰੇ, ਬੜੇ ਵੱਡੇ ਵੱਡੇ ਫਲ ਮਿਲਣ ਦੀ ਗੱਲ ਭਗਵਾਨ ਵਿਸ਼ਨੂੰ ਦੇ ਹੀ ਮੂੰਹ ਅਖਵਾਈ ਹੋਈ ਹੈ। ਇਸ ਗ੍ਰੰਥ ਵਿੱਚ ਤਾਂ ਮਰਨ ਉਪਰੰਤ ਸਵਰਗੀ ਸੁੱਖਾਂ ਦੀ ਪ੍ਰਾਪਤੀ ਵਾਲੇ ਲਾਰੇ ਹਨ। ਹੋਰ ਗ੍ਰੰਥਾਂ ਵਿੱਚ ਇਸੇ ਦੁਨੀਆ 'ਤੇ ਹੀ ਭੋਗਣ ਲਈ ਮਿਲਣ ਵਾਲੇ ਬੇਅੰਤ ਫਲਾਂ ਦਾ ਫੋਕਾ ਭਰੋਸਾ ਦਿੱਤਾ ਹੋਇਆ ਹੈ। ਈੜੀ ਨਾਮਦੇਵ ਜੀ ਦੀ ਜਨਮ ਸਾਖੀ ਵਿੱਚ ਕਿਸੇ ਨੇ ਲਿਖ ਦਿੱਤਾ ਕਿ ਭਗਤ ਜੀ ਨੂੰ ਰਾਜੇ ਨੇ ਸ਼ਾਹੀ ਪਲੰਘ ਦਾਨ ਵਜੋਂ ਭੇਜਿਆ। ਨਾਮਦੇਵ ਜੀ ਨੇ ਉਸ ਪਲੰਘ ਨੂੰ ਨੇੜੇ ਹੀ ਵਗਦੇ ਦਰਿਆ ਵਿੱਚ ਸੁੱਟਵਾ ਦਿੱਤਾ। ਰਾਜੇ ਨੂੰ ਪਤਾ ਲੱਗਣ 'ਤੇ ਉਸ ਨੇ ਆਪਣੀ ਹੱਤਕ ਸਮਝੀ ਅਤੇ ਨਾਮਦੇਵ ਕੋਲੋਂ ਪਲੰਘ ਦਰਿਆ ਵਿੱਚ ਸੁੱਟਣ ਦਾ ਕਾਰਨ ਪੁੱਛਣ ਲਈ ਚਲਾ ਗਿਆ। ਨਾਮਦੇਵ ਜੀ ਰਾਜੇ ਨੂੰ ਦਰਿਆ ਦੇ ਕੰਢੇ 'ਤੇ ਲੈ ਗਏ ਤਾਂ ਉਸ ਨੇ ਚੜ੍ਹਦੇ ਪਾਣੀ ਵੱਲ ਨੂੰ ਕਈ ਪਲੰਘ ਰੁੜ੍ਹਦੇ ਆਉਂਦੇ ਵੇਖੇ। ਨਾਮਦੇਵ ਜੀ ਨੇ ਰਾਜੇ ਨੂੰ ਆਪਣਾ ਪਲੰਘ ਪਛਾਣ ਲੈਣ ਵਾਸਤੇ ਕਿਹਾ। 70 ਪਲੰਘ ਰਾਜੇ ਦੇ ਅੱਗਿਓਂ ਦੀ ਲੰਘੇ, ਪਰ ਰਾਜਾ ਆਪਣਾ ਪਲੰਘ ਨਾ ਪਛਾਣ ਸਕਿਆ। ਤਦ ਨਾਮਦੇਵ ਜੀ ਨੇ ਰਾਜੇ ਨੂੰ ਕਿਹਾ ਕਿ ਤੈਨੂੰ ਤੇਰਾ ਦਾਨ 70 ਗੁਣਾ ਹੋ ਕੇ ਮਿਲਣਾ ਸੀ, ਪਰ ਤੂੰ ਸ਼ੰਕਾ ਕਰਕੇ ਅਸਲ ਵੀ ਗੁਆ ਲਿਆ। ਸੱਸਾ ਭਗਤ ਰਵਿਦਾਸ ਜੀ ਦੀ ਜਨਮ ਸਾਖੀ ਵਿੱਚ ਵੀ ਕਿਸੇ ਸ਼ਰਾਰਤੀ ਨੇ ਲਿਖਿਆ ਹੈ ਕਿ ਗਰੀਬੀ ਦੇ ਕਾਰਨ ਭਗਤ ਰਵਿਦਾਸ ਜੀ ਕੋਲ 1 ਟਕਾ ਸੀ। ਜਦੋਂ ਭਗਤ ਜੀ ਉਹ 1 ਟਕਾ ਵੀ ਗੰਗਾ ਮਈਆ ਨੂੰ ਦਾਨ ਕਰਨ ਲੱਗੇ ਤਾਂ ਗੰਗਾ ਨੇ ਪ੍ਰਸੰਨ ਹੋ ਕੇ ਪਾਣੀ ਵਿੱਚੋਂ ਹੱਥ ਕੱਢ ਕੇ ਫੜ ਲਿਆ ਸੀ। ਹਾਹਾ। ਇਸੇ ਤਰ੍ਹਾਂ ਹੀ ਕਬੀਰ ਸਾਹਿਬ ਦੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਇੱਕ ਵਾਰ ਕਬੀਰ ਸਾਹਿਬ ਨੇ ਜਿੰਨਾ ਵੀ ਕੱਪੜਾ ਉਣਿਆ ਸੀ ਉਹ ਸਾਰਾ ਕਿਸੇ ਲੋੜਵੰਦ ਬ੍ਰਾਹਮਣ ਨੂੰ ਦਾਨ ਕਰ ਦਿੱਤਾ ਤਾਂ ਪਰਮਾਤਮਾ ਆਪ ਆ ਕੇ ਕਈ ਗੁਣਾ ਵੱਧ ਰਾਸ਼ਨ ਉਸ ਦੇ ਘਰ ਛੱਡ ਗਿਆ। ਅਜਿਹੀਆਂ ਹੋਰ ਬੇਅੰਤ ਕਹਾਣੀਆਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ, ਜਿਨ੍ਹਾਂ ਤੋਂ ਮਨੁੱਖ ਆਪਣਾ ਅੱਗਾ ਸਵਾਰ ਲੈਣ ਦੀ ਲਾਲਸਾ ਵਿੱਚ ਵੱਧ ਤੋਂ ਵੱਧ ਧਨ ਦੌਲਤ ਦਾਨ ਕਰਨ ਲਈ, ਇੱਥੋਂ ਤੱਕ ਕਿ ਸਰਬੱਸ ਦਾਨ, ਸਭ ਕੁਝ ਦਾਨ ਕਰ ਦੇਣ ਲਈ ਕਾਹਲਾ ਪੈ ਜਾਂਦਾ ਹੈ। ਇਹੀ ਕਾਰਨ ਹੈ ਕਿ ਧਰਮ ਦੇ ਨਾਂ 'ਤੇ ਚਲਾਏ ਠੱਗ ਅੱਡਿਆਂ 'ਤੇ ਰੌਣਕਾਂ ਵੱਧਦੀਆਂ ਹੀ ਰਹਿੰਦੀਆਂ ਹਨ। ਧਾਰਮਿਕ ਆਗੂ ਦੇ ਘਰ ਵਿਚਲੇ ਧਨ ਦੇ ਢੇਰ ਕਦੇ ਨੀਵੇਂ ਨਹੀਂ ਹੋ ਸਕਦੇ। ਭਾਗ ਤੀਜਾ, ਘੋਰ ਜ਼ੁਲਮਾਂ ਦੀ ਜਨਮਦਾਤੀ ਦਾਨ ਪ੍ਰਥਾ। ਇਸਤਰੀ ਦਾ ਦਾਨ ਕਦੇ ਪਛਤਾਵੇ ਦਾ ਕਾਰਨ ਬਣ ਜਾਣਾ ਸੁਭਾਵਕ ਹੈ। ਕਿਸੇ ਨੇ ਦਾਨ ਕੀਤੀ ਹੋਈ ਆਪਣੀ ਇਸਤਰੀ ਬ੍ਰਾਹਮਣ ਤੋਂ ਵਾਪਸ ਮੰਗ ਲਈ ਹੋਵੇ ਤਾਂ ਇਹ ਵੀ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ। ਵਿਪਰ ਜੀ ਨੇ ਅਜਿਹਾ ਢੰਗ ਸੋਚਣਾ ਆਰੰਭ ਕਰ ਦਿੱਤਾ ਜਿਸ ਨਾਲ ਨਾ ਬਾਂਸ ਰਹੇ ਨਾ ਬੰਸਰੀ। ਦਾਨ ਕਰਨ ਵਾਲੇ ਦਾਨੀ ਨੂੰ ਸਦਾ ਲਈ ਗਲੋਂ ਲਾਉਣ ਦਾ ਪ੍ਰਬੰਧ ਕਰ ਲਿਆ। ਵਿਪਰ ਜੀ ਨੇ ਕਾਂਸ਼ੀ ਅਤੇ ਪ੍ਰਯਾਗ ਦੇ ਮੰਦਰਾਂ ਵਿੱਚ ਭਿਆਨਕ ਆਰੇ, ਜਿਨ੍ਹਾਂ ਨੂੰ ਕਰਵਤ ਕਹਿੰਦੇ ਸਨ, ਰੱਖ ਦਿੱਤੇ ਅਤੇ ਬ੍ਰਾਹਮਣ ਦੇ ਧਰਮ ਗ੍ਰੰਥਾਂ ਵਿੱਚੋਂ ਇਹ ਵੀ ਪੜ੍ਹਿਆ ਜਾਣ ਲੱਗ ਪਿਆ ਕਿ ਜਿਹੜਾ ਸਰਬੱਸ ਦਾਨੀ ਦੇਵ ਭਗਤ ਧਨ ਦੌਲਤ ਘਰ ਜ਼ਮੀਨ ਆਦਿ ਦੇ ਨਾਲ ਆਪਣੀ ਇਸਤਰੀ ਅਥਵਾ ਆਪਣਾ ਸਭ ਕੁਝ ਦੇਵਤਿਆਂ ਨੂੰ ਦਾਨ ਕਰਕੇ ਆਪ ਪਵਿੱਤਰ ਆਰੇ ਹੇਠ ਬੈਠ ਕੇ ਆਪਣੇ ਸਰੀਰ ਨੂੰ ਦੋਫਾੜ ਕਰਾ ਲਵੇਗਾ, ਉਸ ਨੂੰ ਅੱਗੋਂ ਲੈਣ ਲਈ ਸ਼ਿਵਾਂ ਦੇ ਰੱਥ ਆਉਣਗੇ ਅਤੇ ਅਜਿਹੇ ਜਨ ਦੀ ਪਵਿੱਤਰ ਆਤਮਾ ਨੂੰ ਸਿੱਧਾ ਸੱਚਖੰਡ ਭਗਵਾਨ ਦੇ ਦਰਸ਼ਨਾਂ ਲਈ ਲੈ ਜਾਣਗੇ ਅਤੇ ਅਜਿਹਾ ਮਹਾਦਾਨੀ ਭਗਤ ਸਦਾ ਲਈ ਸਵਰਗਾਂ ਦੇ ਸੁੱਖ ਭੋਗੇਗਾ। ਸੁਰਗਾਂ ਵਿੱਚ ਪਹੁੰਚ ਜਾਣ ਦੇ ਲਾਲਚੀ ਹਜ਼ਾਰਾਂ ਅੰਧ ਵਿਸ਼ਵਾਸੀ ਮਨੁੱਖ ਆਰੇ ਦੀ ਭੇਟਾ ਕਰ ਦਿੱਤੇ ਗਏ। ਆਰੇ ਹੇਠ ਬੈਠ ਕੇ ਸਰੀਰ ਕਟਾ ਲੈਣ ਵਾਲੇ ਸਰਬੱਸ ਦਾਨੀਆਂ ਦਾ ਗੁਰਬਾਣੀ ਵਿੱਚ ਕਈ ਥਾਈਂ ਜ਼ਿਕਰ ਹੈ। ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ, ਪੰਨਾ 62। ਖਾਸ ਕਰਕੇ ਮਾਘ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਅਜਿਹੇ ਦਾਨੀਆਂ ਦੀ ਬਲੀ ਨੂੰ ਬੜਾ ਵੱਡਾ ਪੁੰਨ ਮੰਨਿਆ ਜਾਂਦਾ ਸੀ।
ਉਸ ਪਵਿੱਤਰ ਦਿਹਾੜੇ ਆਰੇ ਦੀ ਭੇਟਾ ਹੋਣ ਵਾਲੇ ਦਾਨੀਆਂ ਦੀ ਭੀੜ ਵੱਧ ਹੁੰਦੀ ਸੀ। ਮੱਕਰ ਪ੍ਰਯਾਗ ਦਾਨ ਬਹੁ ਕੀਆ, ਸਰੀਰ ਦਿਓ ਅੱਧ ਕਾਟ, ਪੰਨਾ 986। ਸੁਰਗਾਂ ਦੇ ਇਸ ਅਨੋਖੇ ਲਾਰੇ ਨੇ ਬੇਅੰਤ ਵਸਦੇ ਘਰ ਉਜਾੜੇ। ਬ੍ਰਾਹਮਣ ਦੀ ਤ੍ਰਿਸ਼ਨਾ ਪੂਰਤੀ ਦੇ ਆਧਾਰ 'ਤੇ ਚਲਾਈ ਇਸ ਦਾਨ ਪ੍ਰਥਾ ਦੇ ਕਾਰਨ ਬੜੇ ਘਿਣਾਵਣੇ ਜ਼ੁਲਮ ਹੋਏ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਦੂਜਾ, ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ ਪਹਿਲਾ, ਦੂਜਾ ਅਤੇ ਤੀਜਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।